हेलो स्टूडेंट्स। हाँ जी बेटा, नेक्स्ट वीडियो 8th क्लास चैप्टर 3 वाई वी नीड पार्लियामेंट, वीडियो नंबर 4। ओके बेटा। हाँ जी, नेक्स्ट द राज्य सभा फंक्शंस प्राइमली एज द रिप्रेजेंटेटिव ऑफ द स्टेट्स ऑफ इंडिया इन द पार्लियामेंट। राज्य सभा जो पार्लीमेंट का हाउस है राजे, ਇਹ ਇੰਡੀਆ ਦੇ ਸਟੇਟਸ ਦੇ ਰਿਪਰੈਜ਼ੈਂਟੇਟਿਵ ਦੇ ਤੌਰ 'ਤੇ ਕੰਮ ਕਰਦਾ ਹੈ। ਠੀਕ ਹੈ, ਸਾਰੇ ਸਟੇਟਸ ਨੂੰ ਰਿਪਰੈਜ਼ੈਂਟ ਕਰਦਾ ਹੈ ਬਿਕੋਜ਼ ਜਿਹੜੇ ਕੈਂਡੀਡੇਟਸ ਨੇ ਉਹ ਅਲੱਗ-ਅਲੱਗ ਸਟੇਟਸ ਦੇ ਚੁਣੇ ਹੋਏ ਹੁੰਦੇ ਨੇ। ਠੀਕ ਹੈ, ਸਾਰੇ ਕੈਂਡੀਡੇਟ ਮਿਲ ਕੇ ਹੀ ਪਾਰਲੀਮੈਂਟ ਬਣਾਉਂਦੇ ਆ ਔਰ ਪਾਰਲੀਮੈਂਟ ਦਾ ਇੱਕ ਹਾਊਸ ਹੈ ਰਾਜ ਸਭਾ। ਤਾਂ ਇਹ ਖਾਸ ਕਰਕੇ ਸਟੇਟਸ ਦੇ ਰਿਪਰੈਜ਼ੈਂਟ ਦੇ ਤੌਰ 'ਤੇ ਕੰਮ ਕਰਦਾ ਹੈ। It plays an important role of reviewing and altering the laws initiated by the ਲੋਕ ਸਭਾ। ਬੱਚੇ ਆਪਾਂ ਗੱਲ ਕਰ ਰਹੇ ਹਾਂ ਇਸ ਦੀਆਂ ਸ਼ਕਤੀਆਂ ਦੀ, ਪਾਵਰਸ ਦੀ ਔਰ ਇਸ ਦੇ ਫੰਕਸ਼ਨਸ ਦੀ। ਠੀਕ ਹੈ, ਤਾਂ ਪਾਰਲੀਮੈਂਟ ਰਾਜੇ ਜੋ ਲਾਜ਼, ਜਿਹੜੇ ਲਾਜ਼ ਲੋਕ ਸਭਾ ਦੁਆਰਾ ਸ਼ੁਰੂ ਕੀਤੇ ਜਾਂਦੇ ਆ, ਠੀਕ ਹੈ, ਉਸ ਦੇ ਦੁਆਰਾ ਸਟਾਰਟ ਕੀਤੇ ਜਾਂਦੇ ਆ, ਉਹਨਾਂ ਕਾਨੂੰਨਾਂ ਬਾਰੇ ਇਹ ਰਿਵਿਊ ਦੇ ਸਕਦੀ ਹੈ, ਦੇਖਦੀ ਹੈ ਕਿ ਉਹਨਾਂ ਦੇ ਵਿੱਚ ਕੀ ਸਹੀ ਹੈ। ਕਿਉਂਕਿ ਜਦੋਂ ਵੀ ਕੋਈ ਕਾਨੂੰਨ ਲਾਗੂ ਕੀਤਾ ਜਾਂਦਾ ਉਸ ਦੇ ਵਿੱਚ ਕੁਛ ਨਾ ਕੁਛ ਕਈ ਵਾਰੀ ਥੋੜ੍ਹਾ ਬਹੁਤਾ ਫੇਰ ਬਦਲ ਕਰਨ ਦੀ ਜ਼ਰੂਰਤ ਹੁੰਦੀ ਹੈ, ਕੁਛ ਨਾ ਕੁਛ ਉਸ ਦੇ ਵਿੱਚ ਚੇਂਜ ਕਰਨ ਦੀ ਲੋੜ ਪੈਂਦੀ ਹੈ, ਕੁਛ ਪਰਿਵਰਤਨ ਕਰਨਾ ਪੈਂਦਾ ਹੈ। ਤਾਂ ਇਹ ਕੰਮ ਜਿਹੜਾ ਹੈਗਾ ਕੌਣ ਕਰਦਾ ਹੈ? ਪਾਰਲੀਮੈਂਟ ਕਰਦੀ ਹੈ। ਠੀਕ ਹੈ, ਉਹਨਾਂ ਨੂੰ ਰਿਵਿਊ ਕਰਨ ਦਾ, ਉਹਨਾਂ ਨੂੰ ਅਲਟਰਿੰਗ ਕਰਨ ਦਾ ਕਿ ਕਿਸ ਤਰ੍ਹਾਂ ਇਹ ਕਾਨੂੰਨ ਜਿਹੜੇ ਹੈ ਬਹੁਤ ਜ਼ਿਆਦਾ ਅੱਛੇ ਬਣ ਸਕਦੇ ਆ ਜਾਂ ਕੀ ਇਸ ਦੇ ਵਿੱਚ ਹੋਰ ਹੋ ਸਕਦਾ, ਤਾਂ ਇਹ ਸਾਰਾ ਕੁਛ ਪਾਰਲੀਮੈਂਟ ਦੇਖਦੀ ਹੈ। ਦ ਪਾਰਲੀਮੈਂਟ ਕੀਪਸ ਅ ਚੈੱਕ ਔਨ ਦ ਮਿਨਿਸਟਰਸ ਐਂਡ ਦੇਅਰ ਵਰਕ। ਜਿਹੜੇ ਮਿਨਿਸਟਰ, ਤੁਹਾਨੂੰ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਪ੍ਰਾਈਮ ਮਿਨਿਸਟਰ ਅਲੱਗ-ਅਲੱਗ ਜਿਹੜੇ MPs ਹੁੰਦੇ ਆ ਉਹਨਾਂ ਨੂੰ ਅਲੱਗ-ਅਲੱਗ ਡਿਪਾਰਟਮੈਂਟ ਦੇ ਦਿੰਦਾ ਹੈ। ਠੀਕ ਹੈ, ਉਹਨਾਂ ਡਿਪਾਰਟਮੈਂਟ ਦੇ ਮਿਨਿਸਟਰ ਬਣ ਜਾਂਦੇ ਆ। ਉਹ ਕਿਸ ਤਰ੍ਹਾਂ ਕੰਮ ਕਰ ਰਹੇ ਹੈ, ਉਹਨਾਂ ਦੇ ਕੰਮਾਂ ਨੂੰ ਚੈੱਕ ਕਰਦੀ ਹੈ ਪਾਰਲੀਮੈਂਟ, ਉਹਨਾਂ ਦੇ ਉੱਪਰ ਨਿਗਾਹ ਰੱਖਦੀ ਹੈ ਕਿ ਕੀ ਉਹ ਸਹੀ ਕੰਮ ਕਰ ਰਹੇ ਹੈ ਜਾਂ ਨਹੀਂ ਕਰ ਰਹੇ ਹੈ। MPs have the right to question the ministers about the working of their departments. This is usually done during the question hour. ਜਿਹੜੇ ਵੀ ਮਿਨਿਸਟਰਸ ਕੰਮ ਕਰਦੇ ਆ ਅਲੱਗ-ਅਲੱਗ ਡਿਪਾਰਟਮੈਂਟਸ ਦੇ ਵਿੱਚ, ਤਾਂ MPs ਨੂੰ ਇਹ ਰਾਈਟ ਹੁੰਦਾ ਹੈ ਕਿ ਉਹਨਾਂ ਤੋਂ ਕੁਐਸਚਨ ਪੁੱਛ ਸਕਦੇ ਆ। ਕਿਉਂਕਿ ਪਾਰਲੀਮੈਂਟ ਦਾ ਇਹ ਤਰੀਕਾ ਹੈ ਕਿ ਪਾਰਲੀਮੈਂਟ ਜਿਹੜੀ ਬਿਲਡਿੰਗ ਹੈ, ਬਿਲਡਿੰਗ 'ਤੇ ਜਾ ਕੇ ਕੁਐਸਚਨ ਨਹੀਂ ਪੁੱਛੂਗੀ, ਉਸ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਲੋਕ ਨੇ, ਉੱਥੇ ਦੇ ਮੈਂਬਰ ਨੇ, ਉਹੀ ਜਾ ਕੇ ਉਹਨਾਂ ਮਿਨਿਸਟਰਸ ਤੋਂ ਕੁਐਸਚਨ ਪੁੱਛਣਗੇ। ਠੀਕ ਹੈ, ਕਿ ਕਿਉਂਕਿ ਜਦੋਂ ਵੀ ਉਹਨਾਂ ਨੂੰ ਜਿੱਥੇ ਵੀ ਕੋਈ ਡਾਊਟ ਲੱਗਦਾ ਹੈ ਜਾਂ ਜਿਵੇਂ ਵੀ ਉਹਨਾਂ ਨੇ ਚਾਹੁੰਦੇ ਆ ਕਿ ਅਸੀਂ ਉਹਨਾਂ ਦਾ ਕੰਮ ਨੂੰ ਚੈੱਕ ਕਰੀਏ ਕਿ ਉਹ ਕਿਸ ਤਰ੍ਹਾਂ ਦਾ ਕੰਮ ਕਰ ਰਹੇ ਆ, ਤਾਂ ਉਸ ਦੇ ਰਿਗਾਰਡਿੰਗ ਉਹ ਕੋਈ ਨਾ ਕੋਈ ਕੁਐਸਚਨ ਉਹਨਾਂ ਤੋਂ ਪੁੱਛ ਸਕਦੇ ਆ ਡਿਊਰਿੰਗ ਦਾ ਕੁਐਸਚਨ ਆਰ। ਠੀਕ ਹੈ, ਕੁਐਸਚਨ ਆਰ ਮਤਲਬ ਇਹ ਪਰਟੀਕੂਲਰ ਟਾਈਮ ਹੁੰਦਾ ਹੈ ਜਦੋਂ ਕਿ ਕੁਐਸਚਨ ਪੁੱਛੇ ਜਾ ਸਕਦੇ ਆ। ਜਦੋਂ ਪਾਰਲੀਮੈਂਟ ਦਾ ਸੈਸ਼ਨ ਬੁਲਾਇਆ ਜਾਂਦਾ ਹੈ, ਉਹਨਾਂ ਮਿਨਿਸਟਰਸ ਨੂੰ ਪਾਰਲੀਮੈਂਟ ਦੇ ਵਿੱਚ ਸੱਦਿਆ ਜਾਂਦਾ ਹੈ, ਉਦੋਂ ਹੀ ਕੁਐਸਚਨ ਪੁੱਛੇ ਜਾਂਦੇ ਆ। ਠੀਕ ਹੈ, the government gets valuable feedback and is kept on its toes by the question by the MPs। ਹਾਂਜੀ, ਗੌਰਮੈਂਟ ਨੂੰ ਇਸ ਚੀਜ਼ ਦੇ ਦੁਆਰਾ ਫੀਡਬੈਕ ਮਿਲਦੀ ਹੈ। ਜਿਹੜੇ MPs ਕੁਐਸਚਨ ਪੁੱਛਦੇ ਆ ਉਹਨਾਂ ਤੋਂ, ਤਾਂ ਉਹਨਾਂ ਦੇ ਕੁਐਸਚਨਸ ਦਾ ਜਦੋਂ ਉਹ ਜਵਾਬ ਦਿੰਦੇ ਆ ਤਾਂ ਉਹਨਾਂ ਨੂੰ ਖੁਦ ਵੀ ਪਤਾ ਲੱਗਦਾ ਕਿ ਅਸੀਂ ਕਿਸ ਤਰ੍ਹਾਂ ਦਾ ਕੰਮ ਕਰ ਰਹੇ ਹਾਂ, ਕੀ ਸਾਡਾ ਰਹਿ ਗਿਆ। ਕਈ ਵਾਰੀ ਇੱਦਾਂ ਹੁੰਦਾ ਕਿ ਕੰਮ ਕਰਨ ਵਾਲੇ ਨੂੰ ਨਹੀਂ ਪਤਾ ਲੱਗਦਾ ਕਿ ਉਸਨੇ ਕਿੱਥੋਂ ਤੱਕ ਕੀ ਕੰਮ ਕਰ ਲਿਆ ਜਾਂ ਕੀ ਉਸ ਤੋਂ ਵਿੱਚ ਵਿਚਾਲੇ ਛੁੱਟ ਗਿਆ, ਜਿਹੜਾ ਨਹੀਂ ਛੁੱਟਣਾ ਚਾਹੀਦਾ ਸੀ, ਹੈ ਨਾ। ਤਾਂ ਉਸ ਦੇ ਕਰਕੇ ਜਿਹੜੇ ਮਤਲਬ ਇੱਦਾਂ ਜਦੋਂ ਕੁਐਸਚਨ ਪੁੱਛਦੇ ਆ ਤਾਂ ਉਹਨਾਂ ਨੂੰ ਵੀ ਪਤਾ ਲੱਗਦਾ ਹੈ ਕਿ ਅਸੀਂ ਕਿੱਥੋਂ ਤੱਕ ਸਕਸੈਸ ਹੋਏ ਹਾਂ। ਉਹਨਾਂ ਨੂੰ ਵੀ ਫੀਡਬੈਕ ਮਿਲਦੀ ਹੈ ਕਿ ਕਿਹੜੇ ਕੰਮ ਜਿਹੜੇ ਸਾਡੇ ਸਹੀ ਹੋ ਰਹੇ ਆ ਔਰ ਕਿਹੜੇ ਕੰਮ ਹੈ ਜਿਹੜੇ ਸਹੀ ਨਹੀਂ ਹੋ ਰਹੇ। ਠੀਕ ਹੈ, ਤਾਂ ਇਸ ਤਰ੍ਹਾਂ ਦੇ ਉਸ ਦੇ ਨਾਲ ਫਿਰ ਗੌਰਮੈਂਟ ਵੀ ਜਿਹੜੀ ਹੈ ਉਸ ਨੂੰ ਅੱਛੀ ਫੀਡਬੈਕ ਮਿਲਦੀ ਹੈ, ਤਾਂ ਉਹ ਆਪਣੇ ਕੰਮਾਂ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਕਰ ਸਕਦੀ ਹੈ। ਇਨ ਆਲ ਮੈਟਰਸ ਡੀਲਿੰਗ ਵਿਦ ਫਾਈਨਾਂਸਿਸ ਦ ਪਾਰਲੀਮੈਂਟਸ ਅਪਰੂਵਲ ਇਜ਼ ਕ੍ਰਸ਼ੀਅਲ ਫॉर द गवर्नमेंट। ਜਿਹੜਾ ਫਾਈਨੈਂਸ ਦਾ ਮਸਲਾ ਹੈ ਰਾਜੀ, ਫਾਈਨੈਂਸ ਮੀਨਸ ਰੁਪਏ ਪੈਸੇ ਨਾਲ ਸੰਬੰਧਿਤ ਜੋ ਵੀ ਪ੍ਰੋਬਲਮਸ ਹੁੰਦੀਆਂ ਨੇ। ਠੀਕ ਹੈ, ਤਾਂ ਜੋ ਫਾਈਨੈਂਸ ਦੇ ਮੈਟਰਸ ਦੇ ਨਾਲ ਡੀਲਿੰਗ ਕਰ ਰਹੀ ਹੈ, ਤਾਂ ਪਾਰਲੀਮੈਂਟ ਦੀ ਜਿਹੜੀ ਅਪਰੂਵਲ ਹੈ ਉਹ ਗੌਰਮੈਂਟ ਦੇ ਲਈ ਬੜੀ ਕ੍ਰਸ਼ੀਅਲ ਹੁੰਦੀ ਹੈ। ਜਿਹੜੇ ਫਾਈਨਾਂਸ ਦੇ ਕੋਈ ਵੀ, ਤੁਹਾਨੂੰ ਪਤਾ ਆਪਾਂ ਗੱਲ ਕੀਤੀ ਸੀ ਕਿ ਮਨੀ ਬਿੱਲ ਜੋ ਹੈ ਉਹ ਪਾਰਲੀਮੈਂਟ ਦੇ ਵਿੱਚ ਹੀ ਪੇਸ਼ ਕੀਤਾ ਜਾਂਦਾ ਹੈਗਾ। ਠੀਕ ਹੈ,
ਤਾਂ ਉੱਥੇ ਇਸ ਦਾ ਰੋਲ ਹੋਰ ਵੀ ਜ਼ਿਆਦਾ ਕ੍ਰਸ਼ੀਅਲ ਹੈ। ਪਾਰਲੀਮੈਂਟ ਦੀ ਅਪਰੂਵਲ ਲੈਣੀ ਪੈਂਦੀ ਹੈ ਕਈ ਸਾਰੇ ਮੈਟਰਸ ਦੇ ਵਿੱਚ ਗੌਰਮੈਂਟ ਨੂੰ, ਗੌਰਮੈਂਟ ਡਾਇਰੈਕਟਲੀ ਆਪਦਾ ਡਿਸੀਜ਼ਨ ਨਹੀਂ ਲੈ ਸਕਦੀ, ਠੀਕ ਹੈ। ਤਾਂ ਇਸ ਤਰ੍ਹਾਂ ਉਹਨਾਂ ਨੂੰ ਥੋੜ੍ਹੀਆਂ ਪ੍ਰੋਬਲਮਸ ਵੀ ਆਉਂਦੀਆਂ ਨੇ, ਟਾਈਮ ਵੀ ਇਸ ਦੇ ਵਿੱਚ ਕਾਫੀ ਜ਼ਿਆਦਾ ਲੱਗਦਾ। ਦ ਪਾਰਲੀਮੈਂਟ ਮੇਕਸ ਲਾਜ਼ ਫॉर ਦ ਐਂਟਾਇਰ ਕੰਟਰੀ, ਸਾਰੇ ਕੰਟਰੀ ਦੇ ਲਈ ਇਹ ਲਾਜ਼ ਬਣਾਉਂਦੀ ਹੈ, ਕਾਨੂੰਨ ਬਣਾਉਂਦੀ ਹੈ। ਪਾਰਲੀਮੈਂਟ ਦਾ ਹੀ ਕੰਮ ਹੁੰਦਾ ਕਾਨੂੰਨ ਬਣਾਉਣਾ। ਦ ਪਾਰਲੀਮੈਂਟ ਨਾਓ ਹੈਜ਼ ਮੋਰ ਐਂਡ ਮੋਰ ਪੀਪਲ ਫਰੋਮ ਡਾਈਵਰਸ ਬੈਕਗਰਾਊਂਡਸ। ਤਾਂ ਤੁਹਾਨੂੰ ਪਤਾ ਹੈ ਰਾਜੇ, ਪਾਰਲੀਮੈਂਟ ਦੇ ਵਿੱਚ ਕੋਈ ਇੱਕ ਕਮਿਊਨਿਟੀ ਵਾਲੇ ਲੋਕ ਨਹੀਂ ਹੁੰਦੇ, ਇੱਕ ਹੀ ਪਾਰਟੀ ਵਾਲੇ ਲੋਕ ਵੀ ਨਹੀਂ ਹੁੰਦੇ। ਬਹੁਤ ਸਾਰੀਆਂ ਪਾਰਟੀਜ਼ ਦੇ ਜਿਹੜੇ ਹੈ ਜਿੱਤੇ ਹੋਏ ਕੈਂਡੀਡੇਟ ਹੋ ਸਕਦੇ ਆ ਇਸ ਦੇ ਵਿੱਚ, ਠੀਕ ਹੈ। ਅਲੱਗ-ਅਲੱਗ ਬੈਕਗਰਾਊਂਡ ਵਾਲੇ ਲੋਕ ਨੇ, ਕਿਉਂਕਿ ਅਲੱਗ-ਅਲੱਗ ਸਟੇਟਸ ਦੇ ਲੋਕ ਹੁੰਦੇ ਨੇ, ਤਾਂ ਉਹਨੇ ਬੈਕਗਰਾਊਂਡਸ ਵੀ ਅਲੱਗ ਨੇ, ਉਹਨਾਂ ਦੀ ਹਰ ਚੀਜ਼ ਅਲੱਗ ਹੈ। ਮੀਨਸ ਉਹਨਾਂ ਦਾ ਕਲਚਰ ਵੀ ਅਲੱਗ ਹੈ, ਉਹਨਾਂ ਦੀਆਂ ਐਕਟੀਵਿਟੀਜ਼ ਅਲੱਗ ਨੇ, ਉਹਨਾਂ ਦਾ ਰਹਿਣ ਸਹਿਣ ਅਲੱਗ ਹੈ ਨਾ। ਤਾਂ ਅਲੱਗ-ਅਲੱਗ ਤਰ੍ਹਾਂ ਦੇ ਲੋਕ ਜਿਹੜੇ ਆ ਇਸ ਦੇ ਵਿੱਚ ਸ਼ਾਮਿਲ ਹੁੰਦੇ ਆ। ਦੇਅਰ ਹੈਜ਼ ਆਲਸੋ ਬੀਨ ਐਨ ਇਨਕਰੀਜ਼ ਇਨ ਪੋਲੀਟੀਕਲ ਪਾਰਟੀਸਪੇਸ਼ਨ ਫਰੋਮ ਦ ਦਲਿਤ ਐਂਡ ਬੈਕਵਰਡ ਕਾਸਟ ਐਂਡ ਦ ਮਾਈਨੋਰਟੀਜ਼। ਤਾਂ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਆ ਜਿਵੇਂ ਦਲਿਤ, ਬੈਕਵਰਡ ਕਲਾਸਿਸ, SC ST ਵਗੈਰਾ ਹੈ ਨਾ, ਉਹਨਾਂ ਨੂੰ ਰਿਜ਼ਰਵੇਸ਼ਨ ਦੇ ਦਿੱਤੀ ਗਈ ਹੈ। ਤਾਂ ਰਿਜ਼ਰਵੇਸ਼ਨ ਦਾ ਕਰਕੇ ਇਹ ਸਾਰੇ ਲੋਕ ਵੀ ਕਾਫੀ ਗਿਣਤੀ ਦੇ ਵਿੱਚ ਇਸ ਦੇ ਵਿੱਚ ਪਾਰਟੀਸਪੇਟ ਕਰਨ ਲੱਗ ਪਏ ਨੇ। ਘੱਟ ਗਿਣਤੀਆਂ ਵਾਲੇ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਦਾ ਵੀ ਪਾਰਟੀਸਪੇਸ਼ਨ ਡੇ ਬਾਏ ਡੇ ਵੱਧ ਰਿਹਾ ਪਾਰਲੀਮੈਂਟ ਦੇ ਵਿੱਚ। ਤਾਂ ਇਸ ਕਰਕੇ ਇੱਥੇ ਜਿਹੜੇ ਲੋਕ ਨੇ ਅਲੱਗ-ਅਲੱਗ ਤਰ੍ਹਾਂ ਦੇ ਲੋਕ ਪਾਰਲੀਮੈਂਟ ਦੇ ਵਿੱਚ ਸ਼ਾਮਿਲ ਹੁੰਦੇ ਨੇ। Some seats are reserved in the parliament for SCs and STs, ठीक है, already I have told you. It has also been suggested that there should be reservation of seats for women. However, this issue is still debated. Women ਦੇ ਲਈ ਵੀ ਇੱਥੇ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ, ਲੇਕਿਨ ਇਹਦਾ ਬਿੱਲ ਜਿਹੜਾ ਹੈਗਾ ਹਜੇ ਵੀ ਮਤਲਬ ਪਾਸ ਨਹੀਂ ਹੋਇਆ ਪੂਰੀ ਤਰ੍ਹਾਂ। ਨੋ ਡਾਊਟ ਫਿਰ ਵੀ ਕਈ ਸਾਰੀਆਂ ਵਿਮੈਨ ਜਿਹੜੀਆਂ ਨੇ ਪਾਰਲੀਮੈਂਟ ਦੇ ਵਿੱਚ ਹਿੱਸਾ ਲੈ ਸਕਦੀਆਂ, ਆਪਣੀ ਮਰਜ਼ੀ ਨਾਲ ਕੋਈ ਵੀ ਪਾਰਲੀਮੈਂਟ ਦੇ ਵਿੱਚ ਇਲੈਕਸ਼ਨ ਲੜ ਸਕਦਾ। ਪਾਰਲੀਮੈਂਟ ਦੀ ਇਲੈਕਸ਼ਨ ਲੜੀ ਜਾ ਸਕਦੀ ਹੈ, ਗਰਲਸ ਵੀ ਲੜ ਸਕਦੀਆਂ, ਵਿਮੈਨ ਵੀ ਲੜ ਸਕਦੀਆਂ, ਲੇਕਿਨ ਫਿਲਹਾਲ ਉਹਨਾਂ ਦੇ ਲਈ ਜਿਹੜੀ ਰਿਜ਼ਰਵੇਸ਼ਨ ਦੀ ਪੋਲਿਸੀ ਹੈ ਉਹ ਪਰਮਾਨੈਂਟ ਨਹੀਂ ਹੋਈ ਹੈ। ਹਾਂਜੀ, ਇਹ ਤੋਂ ਅੱਗੇ ਆਪਣੀਆਂ ਕੁਛ ਇੰਪੋਰਟੈਂਟ ਟਰਮਸ ਨੇ, ਆਪਾਂ ਉਹ ਵੀ ਡਿਸਕਸ ਕਰ ਲੈਂਦੇ ਰਾਜੇ। ਤੁਹਾਨੂੰ ਇਹ ਲੈਸਨ ਵੀ ਰਿਮਾਈਂਡ ਹੋ ਜਾਏਗਾ ਔਰ ਇਹ ਇੰਪੋਰਟੈਂਟ ਵੀ ਨੇ ਲੈਸਨ ਨੂੰ ਅੰਡਰਸਟੈਂਡ ਕਰਨ ਵਾਸਤੇ। EVM ਕੀ ਹੁੰਦਾ ਰਾਜੇ? ਇੱਕ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਹੈ। ਜਿਹੜੇ ਲੋਕ ਵੋਟ ਪਾਉਂਦੇ ਆ ਤਾਂ ਬਿਲਕੁਲ ਜਾਣਦੇ ਆ, ਤੁਸੀਂ ਸ਼ਾਇਦ ਨਹੀਂ ਦੇਖੀ ਹੋਏਗੀ। ਤਾਂ ਇਹ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਹੁੰਦੀ ਹੈ ਜਿਹਦੇ ਉੱਪਰ ਸਾਰੇ ਕੈਂਡੀਡੇਟਸ ਦੇ ਨਿਸ਼ਾਨ ਬਣੇ ਹੁੰਦੇ ਆ ਪਾਰਟੀਜ਼ ਦੇ, ਔਰ ਉਹਨਾਂ ਜਦੋਂ ਕੋਈ ਵੋਟ ਦੇਣ ਜਾਂਦਾ ਤਾਂ ਉਹ ਜਿਹੜੀ ਪਾਰਟੀ ਨੂੰ ਉਹਨੇ ਵੋਟ ਦੇਣਾ ਹੁੰਦਾ ਉਸ ਨਿਸ਼ਾਨ ਦੇ ਅਕੋਰਡਿੰਗਲੀ ਉਸ ਦੇ ਸਾਹਮਣੇ ਜਿਹੜੀਆਂ ਸਵਿਚਿਸ ਲੱਗੀਆਂ ਹੁੰਦੀਆਂ ਉਸ ਸਵਿਚ ਦੇ ਉੱਪਰ ਉਹ ਮਤਲਬ ਉਸ ਨੂੰ ਦਬਾਉਂਦਾ, ਤਾਂ ਉਹ ਜਿਹੜੀ ਵੋਟ ਹੈ ਕੈਂਡੀਡੇਟ ਦੀ ਆਪਣੇ ਆਪ ਹੀ ਉਸ ਪਾਰਟੀ ਦੇ ਖਾਤੇ ਵਿੱਚ ਚਲੀ ਜਾਂਦੀ ਹੈ, ਠੀਕ ਹੈ। ਤਾਂ ਇਸ ਦੀ ਫੁੱਲ ਫਾਰਮ ਹੈ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ। ਅਪਰੂਵਲ ਦਾ ਕੀ ਮਤਲਬ ਹੈ? ਇਟ ਰੈਫਰਸ ਟੂ ਦਾ ਫਾਰਮਲ ਕੰਸੈਂਟ ਥਰੂ ਇਲੈਕਟਿਡ ਰਿਪਰੈਜ਼ੈਂਟੇਟਿਵਸ that parliament has, as well as the fact that it needs to continue to enjoy the people's trust. ਅਪਰੂਵਲ ਮਤਲਬ ਸਹਿਮਤੀ ਲੈਣੀ ਕਿਸੇ ਦੀ, ਠੀਕ ਹੈ। ਕੰਸੈਂਟ ਵੀ ਸਹਿਮਤੀ ਹੁੰਦੀ ਹੈ। ਤਾਂ ਜਿਹੜੇ ਸਾਡੇ ਇਲੈਕਟਿਡ ਰਿਪਰੈਜ਼ੈਂਟੇਟਿਵ ਹੁੰਦੇ ਆ ਪਾਰਲੀਮੈਂਟ ਦੇ, ਤਾਂ ਇਹਨਾਂ ਨੂੰ ਮਤਲਬ ਲੋਕਾਂ ਦਾ ਵਿਸ਼ਵਾਸ ਜਿੱਤਣ ਦੇ ਲਈ, ਉਹਨਾਂ ਦਾ ਟਰਸਟ ਹਾਸਿਲ ਕਰਨ ਦੇ ਲਈ ਇੱਕ ਤਰ੍ਹਾਂ ਨਾਲ ਕੰਸੈਂਟ ਜਿਹੜਾ ਹੈਗਾ ਲੈਣਾ ਪੈਂਦਾ। ਕੰਸੈਂਟ ਤੁਹਾਨੂੰ ਕਿੱਥੋਂ ਮਿਲਦਾ? ਥਰੂ ਇਲੈਕਸ਼ਨਸ। ਜਦੋਂ ਇਲੈਕਸ਼ਨਸ ਦੇ ਵਿੱਚ ਅਸੀਂ ਕੈਂਡੀਡੇਟ ਨੂੰ ਚੁਣ ਲੈਂਦੇ ਹਾਂ, ਜਿਹੜੇ ਕੈਂਡੀਡੇਟਸ ਨੂੰ ਅਸੀਂ ਵੋਟਾਂ ਦੇ ਦਿੰਦੇ ਹਾਂ, ਇਟ ਮੀਨਸ ਅਸੀਂ ਆਪਣੀ ਅਪਰੂਵਲ ਉਹਨਾਂ ਨੂੰ ਦੇ ਦਿੱਤੀ ਹੈ, ਠੀਕ ਹੈ। ਨੈਕਸਟ ਹੈ ਜੀ ਰਿਪਰੈਜ਼ੈਂਟੇਟਿਵ। ਕੌਣ ਹੁੰਦਾ ਰਿਪਰੈਜ਼ੈਂਟੇਟਿਵ? ਇਟ ਹੈ ਦ ਪਰਸਨ ਹੂ ਇਜ਼ ਇਲੈਕਟਿਡ ਬਾਏ ਦ ਪੀਪਲ ਇਜ਼ ਨੋਨ ਐਜ਼ ਦ ਪੀਪਲਸ ਰਿਪਰੈਜ਼ੈਂਟੇਟਿਵ। ਜਿਹੜਾ ਅਸੀਂ ਆਪਣਾ ਕੈਂਡੀਡੇਟ, ਆਪਣਾ ਲੀਡਰ ਚੁਣ ਕੇ ਜਿਹਨੂੰ ਵੋਟਾਂ ਦੇ ਕੇ ਜਿਤਾ ਕੇ ਅਸੀਂ ਪਾਰਲੀਮੈਂਟ ਦੇ ਵਿੱਚ ਭੇਜਦੇ ਹਾਂ, ਉਹ ਸਾਡਾ ਰਿਪਰੈਜ਼ੈਂਟੇਟਿਵ ਹੈ। ਯੂਨੀਵਰਸਲ ਅਡਲਟ ਫਰੈਂਚਾਈਜ਼, ਇਸ ਦਾ ਕੀ ਮਤਲਬ ਹੈ ਜੀ? ਆਲ ਅਡਲਟ ਸਿਟੀਜ਼ਨਸ ਆਫ ਦ ਕੰਟਰੀ ਇੰਜੋਏ ਦ ਰਾਈਟ ਟੂ ਵੋਟ। ਅਡਲਟ ਕਿਹੜਾ ਹੁੰਦਾ? ਜਿਸ ਦੀ ਏਜ 18 ਈਅਰਸ ਤੋਂ ਉੱਪਰ ਹੈ, ਉਹ ਹਰ ਪਰਸਨ ਅਡਲਟ ਹੁੰਦਾ ਹੈ, ਠੀਕ ਹੈ। ਤਾਂ ਸਾਡੇ ਕੰਟਰੀ ਦੇ ਵਿੱਚ ਜਿਹੜੇ ਵੀ ਪਰਸਨ 18 ਈਅਰਸ ਦਾ ਹੋ ਗਿਆ ਉਸ ਨੂੰ ਵੋਟ ਦਾ ਰਾਈਟ ਆਟੋਮੈਟਿਕ ਹੀ ਮਿਲ ਸਕਦਾ, ਉਹ ਵੋਟ ਦੇ ਸਕਦਾ, ਠੀਕ ਹੈ। ਕਿਸੇ ਨਾਲ ਇਸ ਦੇ ਵਿੱਚ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ। ਇਹ ਨਹੀਂ ਹੈ ਕਿ ਕਿਸੇ ਸਪੈਸ਼ਲ ਧਰਮ ਦੇ ਲੋਕਾਂ ਨੂੰ ਮਿਲਦਾ ਹੈ ਜਾਂ ਕਿਸੇ ਸਪੈਸ਼ਲ ਜਾਤੀ ਵਾਲਿਆਂ ਨੂੰ ਮਿਲਦਾ ਹੈ, ਇੱਦਾਂ ਨਹੀਂ ਹੈ, ਬਲਕਿ ਸਾਰੇ ਲੋਕਾਂ ਨੂੰ ਬਿਨਾਂ ਕਿਸੇ ਭੇਦਭਾਵ ਤੋਂ ਇਹ ਰਾਈਟ ਦੇ ਦਿੱਤਾ ਜਾਂਦਾ ਹੈ, ਓਕੇ।
coalition. When one party does not get a clear majority, a group of political parties, ਇਹ ਰਾਜੇ ਪਹਿਲਾਂ ਹੀ ਆਪਾਂ ਡਿਸਕਸ ਕਰ ਚੁੱਕੇ ਹਾਂ ਕਿ ਜਦੋਂ ਇੱਕ ਪੋਲੀਟੀਕਲ ਪਾਰਟੀ ਨੂੰ majority ਸੀਟਸ ਨਹੀਂ ਮਿਲਦੀਆਂ, ਕਲੀਅਰ majority ਨਹੀਂ ਮਿਲਦੀ, ਤਾਂ ਫਿਰ ਜਿਹੜੀ ਪਾਰਟੀ ਨੂੰ ਜ਼ਿਆਦਾ ਸੀਟਾਂ ਮਿਲਦੀਆਂ ਉਸ ਪਾਰਟੀ ਦਾ ਲੀਡਰ ਦੂਸਰੀਆਂ ਪਾਰਟੀਜ਼ ਦੇ ਮੈਂਬਰਾਂ ਨੂੰ ਆਪਣੇ ਨਾਲ ਮਿਲਾ ਕੇ ਕੋਅਲੀਸ਼ਨ ਗਵਰਨਮੈਂਟ ਬਣਾਉਂਦਾ ਹੈਗਾ। ਠੀਕ ਹੈ। ਪਾਰਲੀਮੈਂਟ, ਦ ਪਾਰਲੀਮੈਂਟ ਇਨ ਇੰਡੀਆ ਕੰਸਿਸਟਸ ਆਫ ਦ ਪ੍ਰੈਜ਼ੀਡੈਂਟ, ਦ ਰਾਜ ਸਭਾ ਐਂਡ ਦ ਲੋਕ ਸਭਾ। ਇਟ ਇਜ਼ ਦ ਹਾਈਐਸਟ law ਮੇਕਿੰਗ ਬੋਡੀ ਇਨ ਦ ਕੰਟਰੀ। ਇਟ ਇਜ਼ ਆਲਸੋ ਨੋਨ ਐਜ਼ ਸੰਸਦ, ਅਸੀਂ ਇਸ ਨੂੰ ਸੰਸਦ ਵੀ ਕਹਿੰਦੇ ਹਾਂ। ਠੀਕ ਹੈ। ਇਹ ਸਾਡੀ ਸਭ ਤੋਂ ਵੱਡੀ ਜਿਹੜੀ ਕੰਟਰੀ ਦੀ ਹੈ ਲਾਅ ਮੇਕਿੰਗ ਬੋਡੀ ਹੈ, ਜਿਹਦੇ ਵਿੱਚ ਰਾਜ ਸਭਾ, ਲੋਕ ਸਭਾ ਅਤੇ ਪ੍ਰੈਜ਼ੀਡੈਂਟ ਸ਼ਾਮਿਲ ਹੁੰਦੀ ਹੈ। ਨੈਕਸਟ ਹੈ ਰਾਜ ਸਭਾ। ਇਟ ਇਜ਼ ਆਲਸੋ ਨੋਨ ਐਜ਼ ਦ ਕਾਊਂਸਿਲ ਆਫ ਸਟੇਟਸ। ਰਾਜ ਸਭਾ ਨੂੰ ਅਸੀਂ ਕਾਊਂਸਿਲ ਆਫ ਸਟੇਟਸ ਵੀ ਕਹਿੰਦੇ ਹਾਂ। ਇਟਸ ਟੋਟਲ ਮੈਂਬਰਸ਼ਿਪ ਇਜ਼ 245। ਰਾਜ ਸਭਾ ਦੇ ਟੋਟਲ 245 ਮੈਂਬਰਸ ਹੁੰਦੇ ਹੈ ਔਰ ਇਸ ਦਾ ਜਿਹੜਾ ਚੇਅਰਮੈਨ ਹੈ ਉਹ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਹੁੰਦਾ ਹੈ। ਲੋਕ ਸਭਾ, ਇਟ ਇਜ਼ ਆਲਸੋ ਨੋਨ ਐਜ਼ ਦ ਹਾਊਸ ਆਫ ਦ ਪੀਪਲ। ਇਟਸ ਟੋਟਲ ਮੈਂਬਰਸ਼ਿਪ ਇਜ਼ 545। ਠੀਕ ਹੈ। ਇਟ ਇਜ਼ presided over by the speaker, ਦਾ ਇਸ ਦਾ ਹੈਡ ਹੈ ਸਪੀਕਰ। ਠੀਕ ਹੈ ਬੇਟਾ, ਇਹ ਆਪਣੇ ਇੰਪੋਰਟੈਂਟ ਟਰਮ ਸੀ ਬੇਟਾ। ਓਕੇ, ਥੈਂਕ ਯੂ, ਹੈਵ ਅ ਨਾਈਸ ਡੇ।